पंजाब वन टीवी देख रहे सारे दर्शकों का मैं मेघा प्रोग्राम आरोग जीवन दे विच स्वागत करती हाँ। अज के इस आरोग जीवन के अंक दे विच बड़ी खास विषय ते अज गलबात होएगी साइकोन्यूरोबिक्स। साइकोन्यूरोबिक्स बारे असीं सुनिया जरूर है पर एग्जैक्टली ये की है, ये किवें काम करदा है, ਇਹਦੀ ਕੀ ਹਿਸਟਰੀ ਹੈ ਤੇ ਕਿੱਦਾਂ ਇਹਦੇ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸਾਈਕੋਨਿਊਰੋਬਿਕਸ ਤੇ ਵੈਦਿਕ ਸਾਇੰਸ ਇਹਨਾਂ ਦੇ ਵਿੱਚ ਫਰਕ ਕੀ ਹੈ, ਇਹ ਸਾਰੀਆਂ ਗੱਲਾਂ ਅੱਜ ਦੇ ਇਸ ਖਾਸ ਅੰਕ ਦੇ ਵਿੱਚ ਕਰਾਂਗੇ। ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਮਹੇਸ਼ ਡੋਗਰਾ ਜੀ। ਬਹੁਤ ਇਹਨਾਂ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਨਮਸਤੇ ਮੈਮ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ शुरुआत दे विच भी मैं दर्शकों को दस्सिया कि अज एक बड़े अहम विषय पर गलबात होएगी, वो है साइकोन्यूरोबिक्स। तो दर्शक ये जरूर जानना चाहते हैं कि ये की है साइकोन्यूरोबिक्स। साइकोन्यूरोबिक एक्चुअली अगर डेफिनेशन लईए तो इट्स अ सेट ऑफ एक्सरसाइजेस टू ट्रांसफर स्पिरिचुअल एनर्जी इन न्यूरो सेल्स by connecting your psyche, that is mind, to the supreme source of spiritual energy। मतलब पंजाबी च आपां कहिए कि आपां ये कुछ एक्सरसाइजिज हैगियां ਜਿਹੜੀਆਂ मतलब जिन्हां राही असी परमात्मा की जिहड़ी एनर्जी है उन्होंने अपने न्यूरो सेल्स किदां ट्रांसफर करिए, है ना, विद द हैल्प ऑफ आवर माइंड जी। पर माइंड का जिहड़ा साडे कंट्रोल होना बहुत जरूरी है। सो दिस इज एक्सरसाइज, मतलब कि असी ये एक्सरसाइज करके अपने माइंड नू कंट्रोल कर सकते हैं। एग्जैक्टली ये मुमकिन है। जी 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 जी। ते वैदिक साइंस जिहड़ी असी गल करिए ते वैदिक साइंस की है? वैदिक साइंस बेसिकली ਜਿਹੜੀ ਹੈਗੀ ਹੈ दैट इज़ ਰਾਸ ਰੰਗ ਨਾਦ। ਜਿੱਦਾਂ ਆਪਾਂ ਕਹਿੰਦੇ ਕਿ ਵੇਦਾਂ ਚੋਂ ਨਿਕਲੀ ਸਾਇੰਸ ਹੈ, ਆਥਰਵੇਦ, ਜਿੱਥੇ ਬਹੁਤ ਜ਼ਿਆਦਾ ਕਨਵਿੰਸਿੰਗਲੀ ਕਿਹਾ ਗਿਆ ਕਿ ਜਿੱਦਾਂ ਦੇਵਤਾ ਜਿਹੜੇ ਸੀਗੇ ਉਹ ਡਾਂਸ ਕਰਦੇ ਸੀਗੇ, ਹੈ ਨਾ। ਰਾਸ ਕ੍ਰਿਸ਼ਨ ਦੀ ਜਿਹੜੀ ਰਾਸ ਸੀ 1 ਸਾਲ ਤੱਕ ਚੱਲਦੀ ਸੀਗੀ ਰਾਸ, ਐਂਡ ਇਟ ਯੂਜ਼ ਟੂ ਬੀ ਕਲਰਫੁਲ, ਹੈ ਨਾ। ਤੁਸੀਂ ਦੇਖੋ ਰਾਮ ਦਰਬਾਰ, ਕ੍ਰਿਸ਼ਨ ਦਰਬਾਰ ਬਹੁਤ ਕਲਰਫੁਲ ਹਮੇਸ਼ਾ ਰਹਿੰਦਾ ਹੈ ਨਾ। एंड देन अनहद नाद म्यूज़िक, तो रास रंग नाद में देवताएं डांस करते थे, दैट इज़ क्लासिकल डांस, है ना। और फिर उसके बाद कलर थेरेपी, है ना, डिफरेंट जैम्स, डिफरेंट हीरे जवाहरात वो यूज़ करते सी, उन्होंने रेज साढ़े मतलब उन्होंने अंगां ते आंदियां सीगियां, एंड दैट रेज जिहड़ियां सीगियां उन्हों दे हीलिंग करदियां सीगियां। एंड देन अनहद नाद जिहदे ਅਸੀਂ ਜ਼ਿਆਦਾਤਰ ਜਾਣਦੇ ਹਾਂ ਓਮ ਧਵਨੀ, ਹੈ ਨਾ। ਉਹ ਓਮ ਧਵਨੀ ਨੂੰ ਅਸੀਂ ਜਿਸਲੇ ਪ੍ਰੋਪਰਲੀ ਕਰਦੇ ਹਾਂ ਦੈਨ ਇਟ ਬਿਕਮਸ ਅਲਟਰਾਸਾਊਂਡ। ਅੱਛਾ, ਹਾਂਜੀ। ਕਲਰ ਜਿਹੜੇ ਨੇ ਦੈਟ ਬਿਕਮਸ ਅਲਟਰਾ ਲਾਈਟ। ਅੱਛਾ। ਤੋ ਇੱਕ ਤਾਂ ਅਲਟਰਾ ਲਾਈਟ ਸਾਨੂੰ ਹੀਲ ਕਰਦੀ ਪਈ ਹੈ, ਦੂਸਰਾ ਅਲਟਰਾਸਾਊਂਡ ਸਾਨੂੰ ਹੀਲ ਕਰਦੀ ਹੈ, ਐਂਡ ਦੈਨ ਮੁਦਰਾ। ਤੋ ਇਟ ਵਾਜ਼ ਅ ਕੰਬੀਨੇਸ਼ਨ ਟ੍ਰਾਈਡੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜੀ ਜੀ। ਤੇ ਇਹਦੇ ਵਿੱਚ ਕੋਈ ਡਿਫਰੈਂਸ ਹੈ ਜਿੱਦਾਂ ਵੈਦਿਕ ਸਾਇੰਸ ਤੇ ਸਾਈਕੋਨਿਊਰੋਬਿਕਸ ਅਸੀਂ ਦੋਨੋਂ ਗੱਲਾਂ ਕਰ ਰਹੇ ਹਾਂ, ਤੇ ਫਰਕ ਕੀ ਹੈ ਆਪਸ ਦੇ ਵਿੱਚ? ਐਕਚੁਅਲੀ ਸਾਈਕੋਨਿਊਰੋਬਿਕਸ ਜਿਹੜਾ ਉਹ ਇੰਗਲਿਸ਼ ਸ਼ਬਦ ਹੈ। ਅੱਛਾ, ਹੈ ਨਾ। ਸਾਈਕੋ ਮਤਲਬ ਮਨ, ਨਿਊਰੋ ਮਤਲਬ ਬ੍ਰੇਨ ਸੈਲਸ। ਤਾਂ ਕਿਵੇਂ ਆਪਾਂ ਇਹ ਜਿਹੜੀ ਪਰਮਾਤਮਾ ਦੀ ਊਰਜਾ ਸਾਡੇ ਤੱਕ ਆਏ, ਤਾਂ ਸਭ ਤੋਂ ਪਹਿਲੇ ਤਾਂ ਆਫ ਕੋਰਸ ਸਾਡਾ ਬ੍ਰੇਨ ਜਿਹੜਾ ਹੈ, ਜਿਹੜਾ ਸਾਡੀ ਸਾਈਕੀ ਹੈ ਉਹ ਠੀਕ ਹੋਣੀ ਚਾਹੀਦੀ ਹੈ, ਠੀਕ ਹੈ। ਔਰ ਉਹ ਠੀਕ ਹੋ ਸਕਦੀ ਹੈ ਜਦ ਅਸੀਂ ਲਿਵ ਪਰਮਾਤਮਾ ਨਾਲ ਲਾਉਂਦੇ ਹਾਂ। ਜੀ ਜੀ। ਤੋ ਦਿਸ ਇਜ਼ ਬੇਸਿਕਲੀ ਵੈਦਿਕ ਸਾਇੰਸ ਜਿਹੜੀ ਹੈ ਉਹਦਾ ਇੱਕ ਪਾਰਟ ਜਿਹੜਾ ਕਿ ਸਾਡੇ ਮਨ ਬੁੱਧੀ ਇਹਨੂੰ ਹੀਲ ਕਰਦਾ। ਜਿੱਦਾਂ ਆਪਾਂ ਲਾਸਟ ਐਪੀਸੋਡ 'ਚ ਵੀ ਗੱਲ ਕੀਤੀ ਸੀਗੀ ਕਿ ਹੈਲਥ ਦੇ ਬਾਰੇ 'ਚ ਆਪਾਂ ਅਗਰ ਜਾਣੀਏ ਤਾਂ ਕੰਪਲੀਟ ਜਿਹਨੂੰ ਹੋਲਿਸਟਿਕ ਹੈਲਥ ਕਹਿੰਦੇ ਆਪਾਂ, ਦੈਟ ਇਜ਼ ਕਿ ਸਾਡਾ ਜਿਹੜਾ ਫਿਜ਼ੀਕਲ ਹੈਲਥ ਜੀ ਸਭ ਤੋਂ ਪਹਿਲੇ ਤਾਂ, ਹੈ ਨਾ। ਪਹਿਲਾ ਸੁਖ ਨਿਰੋਗੀ ਕਾਇਆ ਜੀ। ਫਿਰ ਦੂਜਾ ਹੈਗਾ ਸਾਡੀ ਮੈਂਟਲ ਹੈਲਥ, ਰਾਈਟ। ਐਂਡ ਦੈਨ ਸਾਈਕੋਲੋਜੀਕਲ ਮਤਲਬ ਸਾਈਕਿਕ ਹੈਲਥ, ਆਪਾਂ ਸੋਚਦੇ ਕੀ ਹਾਂ, ਹੈ ਨਾ। ਸੋਸ਼ਲ ਹੈਲਥ ਜਿਹਨੂੰ ਕਹਿ ਸਕਦੇ ਆਪਾਂ, ਹੈ ਨਾ। ਐਂਡ ਲਾਸਟ ਇਜ਼ ਮੋਰਲ ਹੈਲਥ। ਤੇ ਇਹ ਚਾਰੋਂ ਹੈਲਥ ਦਾ ਜਿਹੜਾ ਕੰਬੀਨੇਸ਼ਨ ਹੈ ਦੈਟ ਇਜ਼ ਐਕਚੁਅਲ ਹੈਲਥ ਜੀ। ਤੋ ਜਿਹੜਾ ਸਾਈਕੋਨੋਰੋਬਿਕ ਐਕਸਰਸਾਈਜ਼ ਹੈ ਬੇਸਿਕਲੀ ਉਹ ਸਟਾਰਟ ਇੱਥੋਂ ਹੁੰਦਾ ਹੈ ਕਿ ਆਪਾਂ अगर मन नू ठीक कर लीए जी, है ना, तो ज़्यादा स्ट्रैस इत्थे हैगा मैंटल हेल्थ है, ठीक है। फिजिकल हेल्थ आपां करनी है जी, मैंटल हेल्थ नू अगर ठीक कर लीए तो साडी ठीक है ना सोशल हेल्थ वो ठीक हो जाएगी, एंड मॉरल हेल्थ बिकॉज वी आर टेकिंग ਅਸੀਂ ਸਪਿਰਿਚੁਅਲ એનર્ਜੀ ਨੂੰ ਲੈ ਰਹੇ ਹਾਂ। ਜੀ ਜੀ, ਬਿਲਕੁਲ ਠੀਕ ਗੱਲ ਹੈ। ਤੇ ਬੜਾ ਹੀ ਵਧੀਆ ਇਹ ਕਨਸੈਪਟ ਹੈ ਕਿ ਜੇ ਅਸੀਂ ਇਮੋਸ਼ਨਲ ਹੈਲਥ ਨੂੰ ਠੀਕ ਕਰ ਲਈਏ ਤੇ ਆਟੋਮੈਟਿਕਲੀ ਸਾਡੀ ਫਿਜ਼ੀਕਲ ਹੈਲਥ ਡੇ ਬਾਏ ਡੇ ਠੀਕ ਹੁੰਦੀ ਜਾਏਗੀ। ਨਹੀਂ, ਬਿਲਕੁਲ। ਦੇਖੀਏ ਅਸੀਂ ਨਾ ਦੋ ਹੈਗੇ ਆ, ਜਿੱਦਾਂ ਆਪਾਂ એનર્ਜੀ ਵਾਈਜ਼ ਅਗਰ ਗੱਲ ਕਰੀਏ ਹਿਊਮਨ ਬੀਇੰਗਸ ਜੀ,
ਹਿਊਮਸ ਮਤਲਬ 5 ਤੱਤਾਂ ਦਾ ਬਣਿਆ ਸਰੀਰ, ਬੀਇੰਗ ਮਤਲਬ ਇਹ ਸਰੀਰ ਨੂੰ ਚਲਾਉਣ ਲਈ એનર્ਜੀ ਜੀ। ਤਾਂ ਦੋਨੇ એનર્ਜੀਆਂ ਚਾਹੀਦੀਆਂ ਸਾਨੂੰ। तो एक एनर्जी जी है फिजिकल एनर्जी जी है वो तो सानू खाण पीण तो मिल रही है ना। ਆਪਾਂ ਇਹ ਕੋਰੋਨਾ ਪੀਰੀਅਡ 'ਚ ਕਾफ़ी ਗੱਲ ਕੀਤੀ ਹੈ ਇਮਿਊਨਿਟੀ बढ़ाओ, ਇਮਿਊਨਿਟੀ ਦੀ ਬਹੁਤ ਜ਼ਿਆਦਾ ਗੱਲ ਹੋਈ ਹੈ। ਐਕਚੁਅਲੀ ਵੈਦਿਕ ਸਾਇੰਸ ਦਾ ਪੂਰਾ ਜ਼ੋਰ ਹੀ ਇਮਿਊਨਿਟੀ ਤੇ ਦਿੰਦਾ ਹੈ ਨਾ। ਓਕੇ, अब ਅਸੀਂ ਕੀ ਕੀਤਾ ਕਿ ਅਸੀਂ ਖਾਣ ਪੀਣ ਤੇ ਬਹੁਤ ਜ਼ੋਰ ਦਿੱਤਾ। ਬੱਚਾ ਜਾਣਦਾ ਹੈ ਨਾ ਕਿ ਨਿਊਟ੍ਰੀਸ਼ਨਲ ਡਾਈਟ ਕੀ ਹੁੰਦੀਆਂ ਹੈ ਨਾ, ਕਿੱਦਾਂ ਮੇਨਟੇਨ ਕਰਨਾ ਆਪਣਾ, ਰਾਈਟ, ਦੈਨ ਹਾਈਜੀਨ ਮੇਨਟੇਨ ਕਰਨਾ ਸਭ ਜਾਣਦੇ ਹੈ, ਰਾਈਟ, ਐਂਡ ਦੈਨ ਫਿਰ ਐਕਸਰਸਾਈਜ਼ ਵੀ ਕਰਨੀ ਹੈ। ਔਰ ਫਿਰ ਕਾफ़ी ਚੀਜ਼ਾਂ ਆਪਾਂ ਸਿੱਖੀਆਂ ਜਿਹੜੀਆਂ ਦੈਟ ਇਜ਼ ਕਿ ਆਪਾਂ ਕਿਵੇਂ ਇੱਕ ਸਲੀਪ ਪੈਟਰਨ ਵੀ ਠੀਕ ਕਰੀਏ ਹੈ ਨਾ। ਇਹ ਸਾਰੀ ਚੀਜ਼ਾਂ ਆਪਾਂ ਜਾਣੀਆਂ, ਬਟ ਸਾਰਾ ਕੁਝ ਠੀਕ ਹੋਣ ਤੋਂ ਬਾਵਜੂਦ ਵੀ ਅਸੀਂ ਦੇਖਦੇ ਹਾਂ ਕਿ ਕੋਈ ਆਦਮੀ ਬਿਲਕੁਲ मतलब फिजिकली फिट है, पढ़ा लिखा भी बहुत है, लेकिन सोशली बहुत ज़्यादा अनफिट हैगा, मतलब लड़ाई झगड़ा गुस्सा ये सब चलता रहता है। एंड देन मॉरल हेल्थ, हाँ जी, बहुत ही ज़्यादा बुरा हाल है जी। तो बेसिकली ਜਿਹੜਾ ਸੈਕੰਡ ਪਾਰਟ ਹੈਗਾ ਮੈਂਟਲ ਹੈਲਥ ਦਾ ਜੀ, ਦੈਟ ਟੇਕ ਕੇਅਰਸ ਆਫ ਆਵਰ ਇਮੋਸ਼ਨਲ ਹੈਲਥ, ਜਿਹਨੂੰ ਆਪਾਂ ਕਹਿੰਦੇ ਸੋਸ਼ਲ ਹੈਲਥ, ਬਿਲਕੁਲ ਠੀਕ ਹੈ ਨਾ, ਐਂਡ ਦੈਨ ਮੋਰਲ ਹੈਲਥ। ਜੀ ਬਿਲਕੁਲ ਠੀਕ ਹੈ। ਤੇ ਅਸੀਂ ਇਮੋਸ਼ਨਲ ਹੈਲਥ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਤੇ ਇੱਕ ਬੜਾ ਹੀ ਅਹਿਮ ਇੱਥੇ ਸਵਾਲ ਹੈ। ਅੱਜ ਕੱਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਹੋ ਗਈ ਹੈ ਨਾ, ਹਰ ਇੱਕ ਨੂੰ ਜਲਦੀ ਹੈ ਆਪਣੇ ਟੀਚਿਆਂ ਤੱਕ, ਆਪਣੀ ਮੰਜ਼ਿਲ ਤੱਕ ਪਹੁੰਚਣ ਦੀ, ਤੇ ਜਦੋਂ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਤੇ ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਨਿਰਾਸ਼ਾ ਤੋਂ ਹੀ ਫਿਰ ਡਿਪਰੈਸ਼ਨ ਵੱਲ, ਚਾਹੇ ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਕੈਰੀਅਰ ਦੇ ਵਿੱਚ ਤਰੱਕੀ ਨਹੀਂ ਮਿਲੀ ਤਾਂ ਡਿਪਰੈਸ਼ਨ ਹੋ ਰਿਹਾ ਹੈ, ਜਾਂ ਕੋਈ ਆਪਣਾ ਨਜ਼ਦੀਕੀ ਛੱਡ ਕੇ ਚਲਾ ਜਾਵੇ ਤਾਂ ਡਿਪਰੈਸ਼ਨ ਹੋ ਰਿਹਾ ਹੈ, ਛੋਟੀ ਗੱਲਾਂ ਤੇ ਡਿਪਰੈਸ਼ਨ ਹੋ ਰਿਹਾ ਹੈ। ਕੀ ਅਸੀਂ ਵੈਦਿਕ ਸਾਇੰਸ ਦੀ ਮਦਦ ਦੇ ਨਾਲ ਡਿਪਰੈਸ਼ਨ ਤੇ ਕਾਬੂ ਪਾ ਸਕਦੇ ਹਾਂ? ਬਿਲਕੁਲ। एक्चुअली डिप्रैशन जरा ना ਆਪਾਂ ਸਮਝਦੇ ਹਾਂ ਕਿ जैसे स्ट्रैस है, एंगजाइटी है, डिप्रैशन है, राइट, ਇਹਦਾ ਐਕਚੁਅਲ ਜਿਹੜਾ ਹੀਲਿੰਗ ਹੈ ਨਾ ਉਹ ਸਾਡੇ ਕੋਲ ਆਪਣੇ ਕੋਲ ਹੀ ਹੈ ਜੀ। ਆਪਾਂ ਦੇਖੋ ਬੜਾ ਕਾਮਨਲੀ ਕਹਿੰਦੇ ਆ ਕਿ ਇਹ ਸਭ ਚੀਜ਼ਾਂ ਹੋਣ ਤਾਂ ਕਿਹਦੇ ਕੋਲ ਜਾਣਾ? ਆਪਾਂ ਮਨੋਰੋਗ ਵਿਸ਼ੇਸ਼ज्ञ ਹੈ ਨਾ। ਜੀ ਜੀ। ਹੁਣ ਮਨ ਨੂੰ ਤੁਸੀਂ ਦੇਖਿਆ? ਨਹੀਂ ਦੇਖਿਆ, ਰਾਈਟ, ਬਿਲਕੁਲ। ਮਨ ਨੂੰ ਫਿਰ ਜੇ ਦੇਖਿਆ ਨਹੀਂ ਤਾਂ ਉਹਨੂੰ ਦਵਾਈ ਕਿੱਦਾਂ ਦੇਵਾਂਗੇ ਆਪਾਂ? ਐਕਚੁਅਲੀ ਹੋ ਕੀ ਰਿਹਾ ਹੈ ਕਿ ਹੈ ਤਾਂ ਪ੍ਰੋਬਲਮ ਉਹਦੀ ਮਾਈਂਡ ਦੀ, ਆਪਾਂ ਮੈਡੀਸਿਨ ਦੇ ਰਹੇ ਹਾਂ ਬ੍ਰੇਨ ਨੂੰ, ਬ੍ਰੇਨ ਦੇ ਕੈਮੀਕਲਸ ਨੂੰ ਆਪਾਂ ਮੈਨੇਜ ਕਰ ਰਹੇ ਹਾਂ। ਦੈਟ ਇਜ਼ ਇੱਕ ਪਾਰਟ ਇੱਕ ਟਾਈਮ ਤੇ ਆ ਕੇ ਠੀਕ ਹੈ। ਜਿੱਦਾਂ ਲਾਸਟ ਟਾਈਮ ਵੀ ਮੈਂ ਗੱਲ ਕੀਤੀ ਸੀਗੀ ਕਿ ਹੈਲਥ ਜਿਹੜੀ ਹੈ ਨਾ ਸਾਡੀ ਉਹ 4 ਫੇਸਿਸ ਚੱਲਦੀ ਹੈ ਨਾ। ਇੱਕ ਕਹਿੰਦੀ ਹੈ ਪਹਿਲਾ ਹੈ ਸਾਈਕੋ, ਹੈ ਨਾ, ਦੂਜਾ ਹੈਗਾ ਸਾਈਕੋਸੋਮੈਟਿਕ, ਤੀਜਾ ਹੈਗਾ ਸੋਮੈਟਿਕ, ਐਂਡ ਫੋਰਥ ਇਜ਼ ਆਰਗੈਨਿਕ, ਰਾਈਟ। ਤਾਂ ਆਪਾਂ ਸਮਝ ਲਈਏ ਥੋੜ੍ਹਾ ਜਿਹਾ ਨੂੰ ਕਿ ਸਾਈਕੋ ਲੈਵਲ ਤੇ ਜਿਸਲੇ ਮੇਰਾ ਥੋੜਾ ਜਿਹਾ ਮੂਡ ਸਵਿੰਗਸ ਵਗੈਰਾ ਸ਼ੁਰੂ ਹੋਏ ਹੈ, ਆਪਾਂ ਕਦੇ ਪਰਵਾਹ ਨਹੀਂ ਕਰਦੇ, ਬਿਲਕੁਲ ਠੀਕ ਗੱਲ। ਐਂਡ ਉਹ ਕਹਿੰਦੇ ਠੀਕ ਹੈ, ਐਂਡ ਦੈਟ ਇਜ਼ ਸਾਈਕੋ ਲੈਵਲ ਤੇ ਕੋਈ ਦੋਸਤ ਮਿਲ ਗਿਆ ਜਾਂ ਪੇਰੈਂਟਸ ਨਾਲ ਗੱਲ ਕਰ ਲਈ ਜਾਂ ਆਪਾਂ ਕੋਈ ਪਿਕਚਰ ਦੇਖ ਲਈ, ਸਾਰਾ ਠੀਕ ਹੋ ਜਾਂਦਾ, ਠੀਕ ਹੈ। ਤਾਂ ਉਹ ਮੂਡ ਸਵਿੰਗਸ ਜਿਹੜਾ ਨਾ ਬੇਸਿਕਲੀ ਦੈਟ ਇਜ਼ ਐਂਗਜ਼ਾਇਟੀ, ਉਹ ਹਲੇ ਸ਼ੁਰੂਆਤ ਹੋਈ ਹੈ ਸਾਡੀ। ਜੀ ਜੀ, ਠੀਕ ਹੈ। ਦੇਖੀਏ ਆਪਾਂ ਰਹਿਣਾ ਚਾਹੁੰਦੇ ਹਾਂ ਕੂਲ ਕਾਮ ਪੀਸਫੁਲ ਰਹਿਣਾ ਚਾਹੁੰਦੇ ਹਾਂ ਜੀ। ਜੇ ਆਪਾਂ ਪੀਸਫੁਲ ਹੋਵਾਂਗੇ ਤਾਂ ਸਾਡੇ ਸਾਰੇ ਕੰਮ ਵੀ ਠੀਕ ਹੋਣਗੇ, ਆਪਾਂ ਵੈਸੇ ਵੀ ਖੁਸ਼ ਰਵਾਂਗੇ, ਹੈ ਨਾ, ਐਂਡ ਸਾਡਾ ਸਮਾਈਲਿੰਗ ਫੇਸ ਰਹੇਗਾ, ਕੰਮ ਕਰਨ 'ਚ ਮਨ ਵੀ ਲੱਗੇਗਾ, ਐਫੀਸ਼ੀਐਂਸੀ ਕੰਮ ਦੀ ਵੱਧ ਜਾਏਗੀ। ਤਾਂ ਉਹ ਇੱਕ ਆਈਡੀਅਲ ਕੰਡੀਸ਼ਨ ਹੈ। ਚਲੋ ਦੂਜਾ ਹੈਗਾ ਐਂਗਜ਼ਾਇਟੀ, ਬਈ ਮੈਨੂੰ ਕੱਲ੍ਹ ਐਗਜ਼ਾਮ 'ਚ ਅਪੀਅਰ ਹੋਣਾ ਹੈ, ਥੋੜ੍ਹੀ ਜਿਹੀ ਤਾਂ ਹੋ ਹੀ ਜਾਣੀ ਹੈ ਨਾ, ਪ੍ਰੈਕਟੀਕਲ ਗੱਲ ਕਰੀਏ ਜੀ। ਬਟ ਜਿਸਲੇ ਐਗਜ਼ਾਮ ਖਤਮ ਹੋ ਗਿਆ ਤਾਂ ਫਿਰ ਉਹ ਖਤਮ ਹੋ ਜਾਣੀ ਚਾਹੀਦੀ ਜੀ, ਬਿਲਕੁਲ ਠੀਕ ਗੱਲ। ਬਟ ਪ੍ਰੋਬਲਮ ਕੀ ਹੋ ਰਹੀ ਹੈ ਹੁਣ, ਐਂਗਜ਼ਾਇਟੀ ਜਿਹੜੀ ਹੈ ਨਾ ਉਹ ਚੱਲੀ ਜਾ ਰਹੀ ਹੈ ਈਵਨ ਆਫਟਰ ਐਗਜ਼ਾਮ। ਅਤੇ ਐਂਗਜ਼ਾਇਟੀ ਬੇਸਿਕਲੀ ਜਿਹੜੇ ਛੋਟੇ ਪੈਰਾਮੀਟਰਸ ਹੈ ਕਿ ਮੇਰੀ ਖੁਸ਼ੀ ਥੋੜ੍ਹੀ ਜਿਹੀ ਗਾਇਬ ਹੋ ਗਈ ਹੈ, ਕੰਮ ਕਰਨ 'ਚ ਮਨ ਨਹੀਂ ਹੈਗਾ, ਆਲਸ ਹੈਗਾ, ਇਹ ਸਾਰੀਆਂ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਐਂਗਜ਼ਾਇਟੀ ਹੈ, ਠੀਕ ਹੈ। ਐਂਡ ਦੈਨ ਮੈਂ ਜਿੱਦਾਂ ਗੱਲ ਕੀਤੀ ਨਾ ਸਾਈਕੋ, ਅਤੇ ਇਹ ਸਾਈਕੋ ਫੇਸ ਹੈ। ਦੂਜਾ ਹੈਗਾ ਸਾਈਕੋਸੋਮੈਟਿਕ। ਸਾਈਕੋਸੋਮੈਟਿਕ ਦਾ ਮਤਲਬ ਹੈਗਾ ਕਿ ਮੈਨੂੰ ਹੁਣ ਰਿਕਵਰੀ 'ਚ ਥੋੜ੍ਹਾ ਟਾਈਮ ਲੱਗਦਾ ਪਿਆ, ਹੈ ਨਾ। ਔਰ ਫਿਰ ਜਿਸਲੇ ਮੇਰੀ ਐਂਗਜ਼ਾਇਟੀ ਹੋ ਜਾਂਦੀ ਹੈ ਤਾਂ ਕਦੇ ਮੈਨੂੰ ਭੁੱਖ ਮਰ ਜਾਂਦੀ ਹੈ, ਕਦੇ ਮੇਰੀ ਨੀਂਦ ਮਰ ਜਾਂਦੀ ਹੈ, ਕਦੇ ਮੈਨੂੰ ਕੌਨਸਟੀਪੇਸ਼ਨ ਹੋ ਜਾਂਦੀ ਹੈ। ਤਾਂ ਦੈਟ ਇਜ਼ ਇੰਡੀਕੇਟਿੰਗ ਕਿ ਮੇਰੇ ਸਿਸਟਮ 'ਤੇ ਵੀ ਅਸਰ ਆਉਣ ਲੱਗ ਪਿਆ, ਦੈਟ ਇਜ਼ ਕਾਲਡ ਸਾਈਕੋਸੋਮੈਟਿਕ। ਅੱਛਾ, ਹਾਂਜੀ ਜੀ। ਔਰ ਜੇ ਮੇਰਾ ਪਰਮਾਨੈਂਟਲੀ ਮੇਰੀ ਨੀਂਦ ਉੱਡ ਗਈ, ਰੋਜ਼ ਹੀ ਰਾਤ ਨੂੰ ਹੈਗਾ ਕਿ ਸਾਰੇ ਸੌਂ ਗਏ ਔਰ ਮੈਂ ਰਾਤੀ 12-1 ਵਜੇ ਤੱਕ ਜਾਗਦਾ ਪਿਆ, ਜਾਂ ਕੌਨਸਟੀਪੇਸ਼ਨ ਕੰਟੀਨਿਊਸ ਰਹਿ ਰਿਹਾ, ਜਾਂ ਫਿਰ ਮੈਨੂੰ ਹੋਰ ਵੀ ਮਤਲਬ ਐਂਗਜ਼ਾਇਟੀ ਮਤਲਬ ਲਾਈਕ ਉਹ ਬਣਿਆ ਹੋਇਆ ਕਿ ਲਾਈਕ ਭੁੱਖ ਨਹੀਂ ਲੱਗ ਰਹੀ ਹੈ, ਐਂਡ ਦੇਅਰ ਆਰ ਸੋ ਮੈਨੀ ਅਦਰ ਕੰਪਲੀਕੇਸ਼ਨ। ਤਾਂ ਉਹਨੂੰ ਕਹਿੰਦੇ ਆਪਾਂ ਮਤਲਬ ਦੈਟ ਇਜ਼ ਸੋਮੈਟਿਕ, ਵੀ ਹੁਣ ਦਵਾਈ ਲੈਣੀ ਪੈਣੀ ਹੈ,
ਕਿਉਂਕਿ 2 ਸਟੇजेस ਤੇ ਸਾਡੀ ਬਾਡੀ ਨੇ ਸਾਨੂੰ ਕਾਫੀ ਇਸ਼ਾਰੇ ਦਿੱਤੇ, ਵਿਸਲ ਬਲੋ ਕੀਤਾ, ਪਰ ਆਪਾਂ ਨਹੀਂ ਸੁਣੀ। ਤਾਂ ਹੁਣ ਸਾਨੂੰ ਮੈਡੀਸਿਨ ਲੈਣੀ ਪੈਣੀ ਹੈ ਟੂ ਕਮ ਬੈਕ। ਬਟ ਦੇਖੋ ਆਈਡੀਅਲ ਕੰਡੀਸ਼ਨ ਇਹ ਹੋਣੀ ਚਾਹੀਦੀ ਕਿ ਮੈਡੀਸਿਨ ਤੋਂ ਬਾਅਦ ਸਾਨੂੰ ਵਾਪਸ ਆਉਣਾ ਚਾਹੀਦਾ। ਜੀ ਬਿਲਕੁਲ ਠੀਕ ਗੱਲ। ਔਰ ਮੈਡੀਸਿਨ ਜਿਹੜੀ ਹੈ ਨਾ ਉਹ ਐਕਚੁਅਲੀ ਬਣੀ ਹੈ 7 ਦਿਨ ਵਾਸਤੇ ਮੈਕਸਿਮਮ। ਅੱਛਾ, ਕਿ ਕੋਈ ਵੀ ਮੈਡੀਸਿਨ ਤੁਹਾਨੂੰ 7 ਦਿਨ ਉਹ ਤੁਹਾਡਾ ਹੀਲਿੰਗ ਹੋ ਜਾਣਾ ਚਾਹੀਦਾ, ਟ੍ਰੀਟਮੈਂਟ ਹੋ ਜਾਣਾ ਚਾਹੀਦਾ, ਦੈਨ ਯੂ ਕਮ ਬੈਕ ਨਾਰਮਲ, ਮਤਲਬ ਤੁਸੀਂ ਆਪਣੇ ਆਪ ਸੈਲਫ ਹੀਲਿੰਗ ਕਰ ਸਕਦੇ ਹੋ। ਬਟ ਅਗਰ ਮੈਡੀਸਿਨ ਤੋਂ ਉੱਪਰ ਜਾ ਰਹੀ ਹੈ ਤਾਂ ਇਹਦਾ ਮਤਲਬ ਹੈਗਾ ਕਿ ਤੁਸੀਂ ਚੌਥੇ ਫੇਜ਼ 'ਚ ਵੀ ਐਂਟਰ ਕਰ ਗਏ ਹੋ, ਦੈਟ ਇਜ਼ ਸੋਮੈਟਿਕ ਤੋਂ ਫਿਰ ਆਰਗੈਨਿਕ। ਹੁਣ ਇਹ ਸਿਸਟਮ ਦੀ ਇੱਕ ਕਮੀ ਹੋ ਗਈ ਹੈ, ਤਾਂ ਉਹਦੇ 'ਚ ਫਿਰ ਸਰਜਰੀ ਔਰ ਫਿਰ ਰਿਪੀਟ ਔਰ ਸਾਰੀ ਚੀਜ਼ਾਂ ਫਿਰ ਸ਼ੁਰੂ ਹੋ ਜਾਂਦੀਆਂ। ਤੇ ਸਾਨੂੰ ਪਤਾ ਆਪਣੇ ਆਪ ਕਰਨਾ ਪੈਣਾ। ਔਰ ਇਹਦੇ ਵਾਸਤੇ ਬਹੁਤ ਹੀ ਆਸਾਨ ਤਰੀਕਾ ਜਿਹੜਾ ਮੈਂ ਆਪਣੀ ਪ੍ਰੈਕਟਿਸ 'ਚ ਅਡਾਪਟ ਕੀਤਾ ਔਰ ਮੈਂ ਪੇਸ਼ੈਂਟ ਨੂੰ ਦੱਸਣਾ ਕਿ ਇਟ ਇਜ਼ ਸੈਲਫ ਹੀਲਿੰਗ। ਤਾਂ ਸੈਲਫ ਹੀਲਿੰਗ 'ਚ ਸਭ ਤੋਂ ਪਹਿਲੇ ਤਾਂ ਸੈਲਫ ਨੂੰ ਸਮਝੋ। ਜੀ ਜੀ ਹੈ ਨਾ, ਸੈਲਫ ਕੀ ਹੈ? ਸੈਲਫ ਹੀਲਿੰਗ ਬਾਅਦ 'ਚ ਕਰਾਂਗੇ ਆਪਾਂ। ਸੈਲਫ ਇਹ ਹੈ ਕਿ ਹਾਂ ਮੈਂ એનર્ਜੀ ਹੈ ਨਾ, ਔਰ ਮੈਂ ਇੱਕ ਕੌਨਸ਼ੀਅਸ એનર્ਜੀ ਹੈਗਾ, ਐਂਡ ਦਿਸ ਕੌਨਸ਼ੀਅਸ એનર્ਜੀ ਇਜ਼ ਡਰਾਈਵਿੰਗ ਦਿਸ ਬਾਡੀ। ਮਤਲਬ ਮੈਂ ਇਸ ਬਾਡੀ ਨੂੰ ਚਲਾਉਣ ਵਾਸਤੇ एक कॉन्शियस एनर्जी हैगा, है ना। ये बॉडी तो मेरा एक इंस्ट्रूमेंट है, मैं चाहता हूँ तो मेरी आंखें देखेंगी, नहीं तो नहीं देखनी चाहिए, है ना। मैं चाहता हूँ तो मेरा हाथ पैर चलना चाहिए, नहीं तो नहीं चलना चाहिए। मैं चाहूँ तो मेरी जुबान चले, पर आप की कहने यार मैं कहना तो नहीं चाहता पर कहा गया, मैं करना चाहता पर हाथ चक्या गया। इट मीनस मेरी बॉडी मेरे कंट्रोल च नहीं है। किहदे कंट्रोल च? आई द एनर्जी, कॉन्शियस है ना, एनर्जी के कंट्रोल च कुछ नहीं आ रहा। ये सारा तो फिजिकल हैगा, पर मैं हुण इस तो अगे चलदा कि अगर मैं चाहवां मेरा मन बस रुक जाए, वो हैगा मेरे कंट्रोल च नहीं, दैट इज़ द बिगेस्ट प्रॉब्लम, है ना। और मन का जड़ा उछल कूद जी ज़्यादा बढ़ गई है, इट इज़ नॉट इन आर कंट्रोल। वो वास्ते देखो बहुत सारे आप तरीके लभे हैं, है ना। बई तुसी प्रेयर करो, तुसी मैडिटेशन करो, और बहुत कुछ करो, बट वो काम क्यों नहीं कर रहा? दैट इज़ द बिगेस्ट प्रॉब्लम जी, है ना। वो कारण बहुत सारे हैं, लेकिन सब तो बड़ी कारण है कि साडा एक तो बिलीफ सिस्टम इदा हो गया कि असी प्रूफ चाहते हैं हर चीज़ का, बिल्कुल, है ना। विश्वास नहीं करते, ठीक है। सैकेंड चीज़ की हो गई है कि कंटीन्यूटी कितने ना कितने खत्म हो जाती है। आज कर लिया, थोड़ा ठीक लग गया, कल तो फिर बंद, तो दैट इज़, है ना। ये एक्सरसाइज है, साइकोनॉमिक एक्सरसाइज करके ਆਪਾਂ मैं जिदा कहा ना ऑर्गेनिक फेस तो सोमैटिक, सोमैटिक तो साइकोसोमैटिक, साइको ते आ सकते हैं वापस बड़े आराम नाल, क्यों परमात्मा ने साढ़े अंदर एक बाय डिफॉल्ट इनबिल्ट सिस्टम दिता है रिकवरी का, जी जी, जिहदा आपां देखो पता कर सकते हैं। जानवरों के हस्पताल नहीं होंगे, है ना, वो अपने आप को रिकवर करते, कहते शेर भी अपना घाह खा लैंदा है ना। ਤੁਸੀਂ ਆਪਣੇ ਘਰ ਪੈਟ ਰੱਖਦੇ ਹੋ, ਤੁਸੀਂ ਦੇਖਦੇ ਹੋ ਮਾੜਾ ਜਿਹਾ ਉਹਨੂੰ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਜੀ, ਤੇ ਉਹ ਖਾਣਾ ਪੀਣਾ ਬੰਦ ਕਰ ਦਿੰਦਾ ਹੈ, ਬਿਲਕੁਲ, ਹੈ ਨਾ। ਤੋ ਐਕਚੁਅਲੀ ਇਹ ਕਾਇਨਾਤ ਦਾ ਇੱਕ ਤਰੀਕਾ ਹੈਗਾ, ਨੇਚਰ ਦਾ ਤਰੀਕਾ ਹੈਗਾ, ਤੇ ਅਸੀਂ ਤਾਂ ਪਰਮਾਤਮਾ ਦੀ ਇੱਕ, ਪਰਮਾਤਮਾ ਨੇ ਸਾਨੂੰ ਸਰੂਪ ਹੀ ਕਹਿਤਾ, ਉਸ ਤੋਂ ਵੱਡੀ ਗੱਲ ਕੀ ਹੈ ਜੀ, ਬਿਲਕੁਲ। ਮਤਲਬ ਤੋ ਸੈਲਫ ਹੀਲਿੰਗ ਜਿਹੜੀ ਹੈ ਇਹ ਪੋਸੀਬਲ ਹੈ, ਬਟ ਸਾਨੂੰ ਇੰਨਾ ਡਰਾ ਦਿੱਤਾ ਗਿਆ ਕਿ ਤੁਹਾਨੂੰ ਪ੍ਰੋਬਲਮ ਹੋ ਗਈ, मतलब एक विक्टम जी साढ़े अंदर ना मैंटेलिटी पैदा करती, है ना। तो उस करके आप मतलब लभते रहने कि मैं मेरा कोई कसूर नहीं है, जिदा मैं गल करदा भी साड़ी साइको सानू खराब करती है। एक्चुअली जे ये ओनस लै लीजिए, ये आप मतलब मान लीए ना गल नूं, है ना, ये रिस्पोंसिबिलिटी लै लीए तो आप हीलिंग कर सकते हैं अपनी। असी अपने आप को उल्टा कर लिया कि जे कोई सानू तकलीफ होंदी है, कोई प्रॉब्लम आ रही है, तो एक गोली ते निर्भर असी करते हैं कि वो गोली खा लीए तो उहदे नाल असी ठीक हो जाना, बिल्कुल। असी थॉट नूं इन्ना मतलब मजबूत बना लिया और टैबलेट नूं लैके कि ये खा के ही असी ठीक हो पावांगे, बिल्कुल। एक्चुअली ना इहदे च होया की है, साडा जिहड़ा बिलीफ सिस्टम है ना, साडा जिहड़ा मानसिक कहंदे ना गुलामी करती गई, वो है कि असी बेचारे हाँ, वायरस बहुत स्ट्रोंग है, बैक्टीरिया बहुत स्ट्रॉन्ग है जी, है ना, और फिर जीन बहुत स्ट्रॉन्ग है, मतलब फिर ग्रह भी खराब है, मतलब लाइक सारा कुछ बाहरों आ रहा मैं तो एक बेचारा हाँ, नहीं, परमात्मा ने मैंने स्वरूप किया अपना, तो मैंने पहचानना चाहिए कि मेरे अंदर वो ताकत हैगी है कि मैं किसी भी टाइम वापस आ सकता, ठीक है। और इन्नी ताकत है मैं किसी भी चीज़ को फेस कर सकता, ठीक है।
ਉਹਦੇ ਵਾਸਤੇ ਮੈਂ ਸਿੰਪਲ ਇੱਕ ਗੱਲ ਕਰਨਾ ਕਿ ਸਾਨੂੰ ਨਾ ਇੱਕ ਆਪਣਾ ਮਾਈਂਡ ਸੈਟ ਜਿਹੜਾ ਚੇਂਜ ਕਰਨਾ ਪੈਣਾ ਜੀ ਕਿ ਆਪਾਂ ਵਿਚਾਰੇ ਜਾਂ ਵਿਕਟਮ ਨਹੀਂ ਨਹੀਂ ਹੈਗੇ, ਹੈਗੇ, ਠੀਕ ਜੀ। ਹੈ। ਸਾਡੇ ਅੰਦਰ ਵਿਸ਼ਵਾਸ ਪੈਦਾ ਕਰਨਾ ਪੈਣਾ, ਸਾਡੇ ਅੰਦਰ ਤਾਕਤ ਹੈਗੀ ਹੈ, ਅਸੀਂ ਆਪਣੀ ਰਿਕਵਰੀ ਆਪ ਕਰ ਸਕਦੇ ਹਾਂ, ਸੈਲਫ ਹੀਲਿੰਗ ਕਰ ਸਕਦੇ ਹਾਂ, ਪਰ ਉਹਦੇ ਵਾਸਤੇ ਫਿਰ ਇਹ ਸਾਈਕੋਨੋਮਿਕ ਐਕਸਰਸਾਈਜ਼ਸ ਸਾਨੂੰ ਸਿੱਖਣੀਆਂ ਪੈਣਗੀਆਂ। ਤੇ ਇਹ ਐਕਸਰਸਾਈਜ਼ਸ ਦੀ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਅਸਰ ਪਾਉਂਦੀਆਂ ਨੇ ਸਾਈਕੋਨਿਊਰੋਬਿਕਸ ਜਿਹੜੀ ਐਕਸਰਸਾਈਜ਼ ਨੇ, ਕਿਸ ਤਰ੍ਹਾਂ ਸਾਡੇ ਸਰੀਰ ਤੇ ਅਸਰ ਪਾਉਂਦੀਆਂ ਨੇ? ਦੇਖੋ, ਉਸ ਤੋਂ ਪਹਿਲੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਸਾਡਾ ਸਰੀਰ ਜਿਹੜਾ ਨਾ ਉਹ 5 ਤੱਤਾਂ ਦਾ ਬਣਿਆ, ਬਿਲਕੁਲ ਠੀਕ ਗੱਲ ਹੈ ਜੀ, ਜਿਹਦੇ ਚ ਆਪਣਾ ਮਤਲਬ ਲਾਈਕ ਜੇ ਆਪਾਂ ਇਸ ਹੱਥ ਨੂੰ ਦੇਖੀਏ ਨਾ, ਇਹ ਸਵਿਚ ਬੋਰਡ ਹੈਗਾ ਤੇ ਇਹਨੂੰ ਅਗਨੀ ਤੱਤਵ ਸਵਿਚ ਬੋਰਡ, ਅਗਨੀ ਤੱਤਵ ਮਤਲਬ ਇੱਥੇ ਅਗਨੀ ਤੱਤਵ ਪ੍ਰਧਾਨ ਹੈ, ਵਾਯੂ ਤੱਤਵ, ਆਕਾਸ਼, ਪ੍ਰਿਥਵੀ, ਜਲ ਤੱਤਵ, ਹੈ ਨਾ। 5 ਤੱਤਵਾਂ ਦਾ ਸਰੀਰ ਬਣਿਆ ਹੈ ਜੀ। ਤੇ 5 ਤੱਤਵਾਂ ਨੂੰ ਆਪਾਂ ਸਪਲੀਮੈਂਟ ਕਰਦੇ ਪਿਆ, ਹੈ ਨਾ। ਜਿਹੜਾ ਵੀ ਖਾਣਾ ਭੋਜਨ ਖਾਂਦੇ ਆ ਸਾਰਾ 5 ਤੱਤਵਾਂ ਦੀ ਪੂਰਤੀ ਹੋ ਰਹੀ ਹੈ, ਠੀਕ ਹੈ। ਲੇਕਿਨ ਇਸ ਤੋਂ ਵੀ ਇੰਪੋਰਟੈਂਟ ਹੈਗਾ ਮਨ ਤੱਤਵ। ਮੰਨਦੇ ਹੋ ਤੁਸੀਂ? ਮਨ ਤੱਤਵ, ਬਿਲਕੁਲ। ਦੇਖੋ, ਆਪਾਂ ਬਿਲਕੁਲ ਤੰਦਰੁਸਤ ਹੋਈਏ, ਖਾਣਾ ਪੀਣਾ ਵੀ ਵਧੀਆ ਰਿਹਾ, ਸਭ ਕੁਝ, ਰਾਤ ਨੂੰ ਨੀਂਦ ਵੀ ਬਹੁਤ ਵਧੀਆ ਆਈ, ਲੇਕਿਨ ਸਵੇਰੇ ਆਪਾਂ ਕੰਮ ਤੇ ਗਏ, ਚੱਲੇ ਹਲੇ ਤਿਆਰ ਤਿਉਰ ਹੋ ਕੇ, ਸਾਨੂੰ ਕਿਸੇ ਨੇ ਤਾਂ ਕੁਝ ਕਹਿ ਤਾ, ਮੈਂ ਕਹਿੰਦਾ ਨਾ ਮੇਰਾ ਮਨ ਨਹੀਂ ਹੈਗਾ ਕੰਮ ਕਰਨ ਨੂੰ, ਉਹ ਪੂਰਾ ਦਿਨ ਮੈਂ ਬੇਮਨਾ ਕੰਮ ਕਰਾਂਗਾ ਤਾਂ ਕਿੱਦਾਂ ਦਾ ਕੰਮ ਹੋਏਗਾ? ਬਿਲਕੁਲ ਵੀ ਚੰਗਾ ਨਹੀਂ ਹੋਏਗਾ, ਹੈ ਨਾ। ਕੁਛ ਨਾ ਕੁਛ ਗੜਬੜੀ ਹੋਏਗੀ। ਇਹਦਾ ਮਤਲਬ ਕੀ ਹੈ ਕਿ ਮਨ ਤੱਤਵ ਜ਼ਿਆਦਾ ਇੰਪੋਰਟੈਂਟ ਹੈ ਨਾ, ਜ਼ਿਆਦਾ ਇੰਪੋਰਟੈਂਟ ਹੈ। ਸਾਰੇ ਤੱਤਵਾਂ ਦੀ ਪੂਰਤੀ ਤੋਂ ਬਾਵਜੂਦ ਵੀ ਇੱਕ ਤੱਤਵ ਨੇ ਸਾਰਿਆਂ ਨੂੰ ਡੋਮੀਨੇਟ ਕਰਤਾ, ਖਰਾਬ ਕਰਤਾ। ਤੇ ਇਹਦਾ ਖਿਆਲ ਰੱਖਣ ਵਾਸਤੇ ਨਾ ਸਾਈਕੋਨੋਮਿਕ ਜਿਹੜੀ ਐਕਸਰਸਾਈਜ਼ ਹੈਗੀ ਹੈ, ਦੈਟ ਇਜ਼ ਬੇਸਿਕਲੀ ਕਿ ਮਨ ਜਿਹੜਾ ਨਾ ਉਹਨੂੰ ਆਪਾਂ ਹਾਈ ਫ੍ਰੀਕੁਐਂਸੀ ਤੇ ਲੈ ਕੇ ਆਈਏ, ਬਹੁਤ ਜ਼ਰੂਰੀ ਹੈ। ਦੇਖੋ, ਆਪਾਂ ਜਿਸਲੇ ਵਿਸ਼ ਕਰਦੇ ਹਾਂ ਕਿਸੇ ਨੂੰ, ਕੀ ਕਹਿੰਦੇ ਆਪਾਂ? ਹੈਵ ਅ ਵਾਈਬ੍ਰੈਂਟ ਡੇ। ਹੈਵ ਅ ਵਾਈਬ੍ਰੈਂਟ ਡੇ। ਤੇ ਇਹਦੇ ਨਾਲ ਵਿਸ਼ ਕੀਤੀ ਜਾਂਦੀ ਹੈ, ਪਰ ਇਹਦੇ ਪਿੱਛੇ ਕੀ ਸੱਚ ਹੈ ਇਹ ਡਾਕਟਰ ਸਾਹਿਬ ਸਮਝਾਣਗੇ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਅੱਜ ਇੱਕ ਬੜੇ ਹੀ ਅਹਿਮ ਤੇ ਖਾਸ ਤੇ ਦਿਲਚਸਪ ਵਿਸ਼ੇ ਤੇ ਗੱਲਬਾਤ ਅਸੀਂ ਕਰ ਰਹੇ ਹਾਂ। ਡਾਕਟਰ ਮਹੇਸ਼ ਟੋਗਰਾ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ। ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਾਈਕੋਨਿਊਰੋਬਿਕਸ ਬਾਰੇ, ਵੈਦਿਕ ਸਾਇੰਸ ਬਾਰੇ ਇਹਨਾਂ ਤੋਂ ਜਾਣਕਾਰੀ ਲੈ ਰਹੇ ਹਾਂ। ਤੇ ਬ੍ਰੇਕ ਤੋਂ ਪਹਿਲਾਂ ਗੱਲ ਹੋ ਰਹੀ ਸੀ ਹੈਵ ਅ ਵਾਈਬ੍ਰੈਂਟ ਡੇ। ਇਹ ਕਿਹਾ ਜਾਂਦਾ ਹੈ, ਪਰ ਇਹ ਵਾਕਈ ਹੁੰਦਾ ਹੈ ਤੇ ਕਿੱਦਾਂ ਹੁੰਦਾ ਹੈ? ਬਿਲਕੁਲ। ਦੇਖੋ ਜੀ, ਬਹੁਤ ਆਪਾਂ ਕੁਝ ਟਰਮੀਨੋਲੋਜੀਜ਼ ਨਾ ਆਪਾਂ ਅਨਨੋਇੰਗਲੀ ਯੂਜ਼ ਕਰਦੇ ਹਾਂ। ਵੱਡਾ ਦਿਲ ਰੱਖਿਆ ਕਰ, ਹੈਵ ਅ ਵਾਈਬ੍ਰੈਂਟ ਡੇ, ਹੈ ਨਾ। ਔਰ ਪੰਜਾਬੀ ਕਹਿੰਦੇ ਨਾ ਤੂੰ ਯਾਰ ਜੋਸ਼ ਰਿਆ ਕਰ, ਹੈ ਨਾ। ਔਰ ਜਕਾਰਾ ਵੀ ਛੱਡੀ ਦਾ ਆਪਾਂ, ਹੈ ਨਾ। ਬਹੁਤ ਕੁਝ ਚੀਜ਼ਾਂ ਆਪਾਂ ਚੱਕਦੇ ਫੱਟੇ ਹੈ ਨਾ। ਐਂਡ ਯਸ, ਵੈਰੀ ਇੰਪੋਰਟੈਂਟਲੀ ਇੱਕ ਬਹੁਤ ਮੈਨੂੰ ਯਾਦ ਹਮੇਸ਼ਾ ਰਹਿੰਦਾ ਹੈ, ਦੈਟ ਇਜ਼ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ। ਤੋ ਮਤਲਬ ਕਹਿੰਦਾ ਹੈ ਕਿ ਫੈਕਟ ਹੈ ਕਿ ਇੱਕ ਮਾੜਾ ਜਿਹਾ ਬੰਦਾ ਉਹਦੀ ਮਾਂ ਉਹਨੂੰ ਥੱਪੀ ਦਿੰਦੀ ਹੈ ਨਾ, ਤੋ ਫਿਰ ਸ਼ੇਰਾਂ ਵਾਂਗਰ ਦੌੜਦਾ ਹੈ, ਰਾਈਟ। ਇਹਦਾ ਮਤਲਬ ਦੇਖੋ, ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨਾ ਵੱਡਾ ਸਾਡਾ ਸਵਮਾਨ ਉੱਪਰ ਕੀਤਾ, ਕਿੰਨਾ ਸਾਡੀ ਫ੍ਰੀਕੁਐਂਸੀ ਨੂੰ ਹਾਈ ਕੀਤਾ, ਹੈ ਨਾ, ਕਿ ਤੁਸੀਂ 1.25 ਲੱਖ ਹੋ। ਇਹਦਾ ਮਤਲਬ ਸਾਨੂੰ ਬੇਸਿਕਲੀ ਇੱਕ ਕਿਵਾਇਤ ਹੈਗੀ ਹੈ ਕਿ ਅਸੀਂ ਹਾਈ ਫ੍ਰੀਕੁਐਂਸੀ 'ਚ ਰਹੀਏ, ਰਾਈਟ। ਔਰ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ ਨਾ ਉਹ ਲੋ ਫ੍ਰੀਕੁਐਂਸੀ ਹੈ, ਠੀਕ ਹੈ ਜੀ। ਲੇਕਿਨ ਆਪਾਂ ਇਸ ਤਰਫ ਆਪਾਂ ਧਿਆਨ ਨਹੀਂ ਦਿੰਦੇ ਪਏ ਹਾਂ, ਰਾਈਟ। ਸੋ ਮੈਂ ਅੱਜ ਗੱਲ ਕਰਨਾ ਚਾਹੁੰਦਾ ਕਿ ਲਾਈਕ ਹੈਵ ਅ ਵਾਈਬ੍ਰੈਂਟ ਡੇ ਦਾ ਮਤਲਬ ਹੁੰਦਾ ਕਿ ਅਸੀਂ ਵਿਸ਼ ਕਰਦੇ ਹਾਂ ਕਿ ਬਈ ਤੂੰ ਹਾਈ ਫ੍ਰੀਕੁਐਂਸੀ 'ਚ ਰਹੇਗਾ ਤੇ ਆਟੋਮੈਟਿਕਲੀ ਉਹ ਹੈਲਦੀ ਵੀ ਰਹੇਗਾ, ਖੁਸ਼ ਵੀ ਰਹੇਗਾ, ਔਰ ਉਹਦੀ ਵਰਕ ਐਫੀਸ਼ੀਐਂਸੀ ਵੀ ਵਧੀ ਰਹੇਗੀ, ਰਾਈਟ। ਜਿੱਦਾਂ ਹੁਣ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਨੇ, ਉਹ ਇਹ ਜ਼ਰੂਰ ਸੋਚ ਰਹੇ ਹੋਣਗੇ ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਜਾਂ ਹਾਈ ਫ੍ਰੀਕੁਐਂਸੀ ਕੀ ਹੈ, ਲੋ ਕੀ ਹੈ? ਬਿਲਕੁਲ ਜੀ। देखो जी, ऐसा है कि अगर मैं खुश हैगा फॉर नो रीजनस, है ना। मान लो मैनू आज ब्रेकफास्ट भी अपने मन मतलब दा मिले, आलू दे पराठे मिले, ठीक है, नहीं मिले, ठीक है, अच्छा नहीं मिले जी। अच्छा, ते
ਕੱਪੜੇ ਵੀ ਮੇਰੇ ਮਨਪਸੰਦ ਦੇ ਪ੍ਰੈਸ ਨਹੀਂ ਸੀਗੇ, ਰਾਈਟ, ਮਤਲਬ ਸਾਰੀਆਂ ਔਰ ਚੀਜ਼ਾਂ ਹੋਈ ਜਾ ਰਹੀਆਂ, ਬਟ ਸਟਿਲ ਮੈਂ ਖੁਸ਼ ਹੈਗਾ। ਅੱਛਾ, ਠੀਕ ਹੈ, ਸੋ ਦੈਟ ਮੀਨਸ ਆਈ ਐਮ ਵਾਈਬ੍ਰੇਟਿੰਗ ਔਨ ਹਾਈ ਫ੍ਰੀਕੁਐਂਸੀ। ਮੈਂ ਮਤਲਬ ਮੇਰੀ ਫ੍ਰੀਕੁਐਂਸੀ ਲੈਵਲ ਠੀਕ ਹੈ, ਠੀਕ ਹੈ, ਉੱਚਾ ਹੈ। ਪਰ ਜੇ ਮੇਰਾ ਫ੍ਰੀਕੁਐਂਸੀ ਲੈਵਲ ਹੋਇਆ ਤਾਂ ਮੈਨੂੰ ਸਭ ਕੁਝ ਮਿਲ ਜਾਏ ਨਾ, ਤਾਂ ਵੀ ਮੈਂ ਕੋਈ ਨਾ ਕੋਈ ਗੱਲ ਲੈ ਕੇ ਰੋਣਾ ਸ਼ੁਰੂ ਕਰ ਦੂੰਗਾ। तो दैट इज़ लो फ्रिक्वेंसी, और वो बीमारी ਦੀ ਜੜ ਹੈ। देखिए हाई फ्रिक्वेंसी ਜਿੱਦਾਂ ਅਸੀਂ ਆਪਣੇ ਅੰਦਰ ਜਨਰੇਟ ਕਰਦੇ ਹਾਂ ਨਾ, तो ਅਸੀਂ ਬਿਮਾਰੀਆਂ ਦੀ ਮਤਲਬ ਪਹੁੰਚ ਤੋਂ ਉੱਪਰ ਚਲੇ ਜਾਂਦੇ ਹਾਂ, ਰਾਈਟ, ਐਂਡ ਰੈਦਰ ਹੈਲਥ ਦੀ ਪਹੁੰਚ 'ਤੇ ਚੱਲਦੇ ਹਾਂ। ਜਿਵੇਂ ਜੇ ਫ੍ਰੀਕੁਐਂਸੀ ਦੀ ਗੱਲ ਕਰੀਏ ਤਾਂ ਵਾਇਰਸ, ਬੈਕਟੀਰੀਆ ਵਗੈਰਾ ਨੇ, ਇਹ ਬਹੁਤ ਲੋ ਫ੍ਰੀਕੁਐਂਸੀ ਆਰਗਨ, ਇਹਨਾਂ ਦੀ ਫ੍ਰੀਕੁਐਂਸੀ ਹੁੰਦੀ ਹੈ 0.8 to 12 ਹਰਟਜ਼, ਠੀਕ ਹੈ। ਔਰ ਸਾਡੀ ਜਿਹੜੀ ਬਾਡੀ ਹੈ ਉਹਦੀ ਫ੍ਰੀਕੁਐਂਸੀ ਹੈ ਕਰੀਬ 250 ਹਰਟਜ਼ ਦੇ ਆਸ-ਪਾਸ, ਠੀਕ ਹੈ। ਐਂਡ ਜਿਹੜੇ ਖੁਸ਼ੀ ਦੇ ਵਿਚਾਰ ਹੈ, ਲਵਫੁਲ ਵਿਚਾਰ ਹੈ ਨਾ, ਜੋਇਫੁਲ ਬਲਿਸਫੁਲ ਵਿਚਾਰ ਹੈ, ਇਹਨਾਂ ਦੀ ਫ੍ਰੀਕੁਐਂਸੀ ਇਜ਼ ਵੈਰੀ ਹਾਈ, ਮੋਰ ਦੈਨ ਥਾਊਜ਼ੈਂਡਸ, ਜੀ, ਠੀਕ ਹੈ, ਬਿਲਕੁਲ ਠੀਕ ਗੱਲ ਹੈ। ਹੁਣ ਹੁੰਦਾ ਕੀ ਹੈ ਕਿ ਜਿੱਦਾਂ ਹੀ ਸਾਡੇ ਅੰਦਰ ਕੁੜਾਨ ਪੈਦਾ ਹੋਈ ਹੈ ਨਾ, ਹੇਟਡ, ਜੈਲਸੀ ਜਾਂ ਫਿਰ ਡਰ, ਅਸੀਂ ਇੰਨੀ ਹਾਈ ਫ੍ਰੀਕੁਐਂਸੀ ਤੋਂ ਥੱਲੇ ਡਿੱਗਦੇ ਹਾਂ। ਐਂਡ ਉਸਲੇ ਸਾਡੀ ਜਿਹੜੀ ਫ੍ਰੀਕੁਐਂਸੀ ਹੈ ਨਾ, ਹੇਟਡ, ਜੈਲਸੀ, ਡਰ, ਐਂਗਰ, ਇਹਦੀ ਫ੍ਰੀਕੁਐਂਸੀ ਵੀ 0.8 ਇੰਨੇ ਕੁ ਹਰਟਜ਼ ਹੁੰਦੀ ਹੈ। ਮਤਲਬ ਅਸੀਂ ਵਾਇਰਸ, ਬੈਕਟੀਰੀਆ ਦੀ ਫ੍ਰੀਕੁਐਂਸੀ 'ਚ ਆ ਗਏ। ਅੱਛਾ, ਤੇ ਜਿੰਨੀ ਦੇਰ ਉੱਥੇ ਰਹਿੰਦੇ ਆਪਾਂ ਉਨੀ ਦੇਰ ਸਾਨੂੰ ਖਤਰਾ ਹੈ, ਠੀਕ ਹੈ ਜੀ। ਜੀ ਜੀ। ਤੇ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਹਾਈ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰੋ। ਅੱਛਾ, ਅਸੀਂ ਜਿੱਦਾਂ ਅਸੀਂ ਲੋ ਫ੍ਰੀਕੁਐਂਸੀ ਦੇ ਵਿੱਚ ਹੈ ਤੇ ਇਹ ਪਤਾ ਵੀ ਚੱਲ ਗਿਆ, ਅਸੀਂ ਮਹਿਸੂਸ ਵੀ ਕਰ ਲਿਆ, ਤੇ ਇਹਨੂੰ ਹਾਈ ਕਰ ਸਕਦੇ ਹਾਂ, ਇਹ ਸਾਡੇ ਹੱਥ ਦੇ ਵਿੱਚ ਹੀ ਹੈ। ਬਿਲਕੁਲ, ਇਹ ਤਾਂ ਬੇਸਿਕਲੀ ਮੈਂ ਲਾਸਟ ਮਤਲਬ ਪਹਿਲੇ ਵੀ ਕਿਹਾ ਮੈਂ ਜੀ ਕਿ ਸਾਨੂੰ ਨਾ ਵਿਕਟਮ ਪੜਾਇਆ ਗਿਆ ਕਿ ਅਸੀਂ ਬਹੁਤ ਕਮਜ਼ੋਰ ਹਾਂ, ਹੈ ਨਾ। ਔਰ ਕਿਤੇ ਨਾ ਕਿਤੇ ਅਸੀਂ ਪ੍ਰੇਅਰ ਵੀ ਕਰਦੇ ਹਾਂ ਨਾ, ਮੈਂ ਦੀਨਹੀਨ ਹੈ, ਮੈਂ ਤਾਂ ਪਾਪੀ ਹਾਂ, ਮੈਂ ਤਾਂ ਇਹ ਨੋ, ਇੱਕ तरफ परमात्मा कह रहा है तू तो मेरा स्वरूप है, राइट। मतलब मैं जिस फ्रीक्वेंसी पे वाइब्रेट करता हूँ तू उस फ्रीक्वेंसी पे वाइब्रेट करता है ना। और देखो बच्चा हैगा लवफुल, जॉयफुल, मस्त रहता। हुण एक बच्चे नूं देखो बई ਉਹਦਾ ਇਮਿਊਨ ਸਿਸਟਮ ਬਹੁਤ ਵੀਕ ਹੈ, ਹਾਲੇ ਡਿਵੈਲਪ ਵੀ ਨਹੀਂ ਹੋਇਆ, ਲੇਕਿਨ ਉਹਨੂੰ ਪੂਰਾ ਦਿਨ ਕਿੰਨੀਆਂ ਸੱਟਾਂ ਲੱਗਦੀਆਂ ਜੀ। ਜੇ ਤੁਹਾਨੂੰ ਲੱਗ ਜਾਏ ਤਾਂ ਤੁਹਾਡਾ ਕੀ ਹੋਏ, ਬਿਲਕੁਲ, ਜੇ ਮੈਨੂੰ ਲੱਗ ਜਾਏ ਤਾਂ ਅਸੀਂ 3-4 ਕਿਆ ਹਫਤਾ ਬਿਲਕੁਲ ਹਫਤਾ 10 ਦਿਨ ਰਿਕਵਰੀ ਨੂੰ ਲੱਗ ਜਾਏ, ਦਿਨ 'ਚ ਕਿੰਨੀਆਂ ਸੱਟਾਂ ਲੱਗਦੀਆਂ, ਉਹ ਰਿਕਵਰ ਹੋ ਜਾਂਦਾ। ਬਿਲਕੁਲ ਠੀਕ ਗੱਲ। ਉਹਦੀ ਰਿਕਵਰੀ ਬਹੁਤ ਫਾਸਟ ਹੁੰਦੀ ਹੈ, ਹਾਲਾਂਕਿ ਬਿਮਾਰੀ ਬਹੁਤ ਜਲਦੀ ਕੈਚ ਕਰਦਾ, ਲੇਕਿਨ ਰਿਕਵਰੀ ਬਹੁਤ ਫਾਸਟ ਹੁੰਦੀ ਹੈ। ਉਹਦਾ ਕਾਰਨ ਹੈ ਕਿ ਹੀ ਇਜ਼ ਆਲਵੇਜ਼ ਇਨ ਹਾਈ ਫ੍ਰੀਕੁਐਂਸੀ, ਜੋਇਫੁਲ ਹੈ, ਮਸਤ ਹੈ, ਖੁਸ਼ ਹੈ, ਪਿਆਰ ਕਰ ਰਿਹਾ ਸਾਰਿਆਂ ਨਾਲ, ਹੈ ਨਾ, ਉਹਦਾ ਕਿਸੇ ਨਾਲ ਬੈਰ ਵਿਰੋਧ ਨਹੀਂ, ਹੀ ਇਜ਼ ਆਲਵੇਜ਼ ਇਨ ਹਾਈ ਫ੍ਰੀਕੁਐਂਸੀ। ਤਾਂ ਇਹਦਾ ਮਤਲਬ ਹੈ ਕਿ ਇਮਿਊਨ ਸਿਸਟਮ ਸਾਡਾ ਸਟਰੋਂਗ ਹੈ, ਤਾਂ ਵੀ ਜੇ ਆਪਾਂ ਲੋ ਫ੍ਰੀਕੁਐਂਸੀ 'ਤੇ ਵਾਈਬ੍ਰੇਟ ਕਰ ਰਹੇ ਹਾਂ ਤਾਂ ਸਾਨੂੰ ਪ੍ਰੋਬਲਮ ਆ ਸਕਦੀ ਹੈ। ਔਰ ਇੱਕ ਬੱਚੇ ਦੀ ਐਗਜ਼ਾਮਪਲ ਆਪਾਂ ਲਈ, ਬਿਲਕੁਲ, ਹੈ ਨਾ, ਇੱਦਾਂ ਹੀ ਆਪਾਂ ਦੇਖੋ ਪੇਨ ਜਿਹੜਾ ਹੈਗਾ ਇਹ ਲੋ ਫ੍ਰੀਕੁਐਂਸੀ ਜੀ, ਇਮੋਸ਼ਨ ਹੈਗਾ। ਕਈ ਵਾਰ ਪੇਸ਼ੈਂਟ ਨੂੰ ਦੇਖਿਆ ਗਿਆ, ਲਾਈਕ ਮੈਂ ਆਪਣੇ ਫਾਦਰ ਐਗਜ਼ਾਮਪਲ ਕਰਦਾ, ਹੀ ਵਾਸ ਸਫਰਿੰਗ ਫਰਮ ਕੈਂਸਰ, ਤੇ ਲਾਸਟ ਸਟੇਜ 'ਚ ਬਹੁਤ ਜ਼ਿਆਦਾ ਪ੍ਰੋਬਲਮਸ ਸੀਗੀਆਂ, ਪੇਨ ਜ਼ਿਆਦਾ ਹੁੰਦੀ ਸੀਗੀ, ਲੇਕਿਨ ਜਿਸ ਲਈ ਉਹ ਮਨਪਸੰਦ ਆਪਣਾ ਟੀਵੀ ਪ੍ਰੋਗਰਾਮ ਦੇਖਦੇ ਸੀਗੇ ਉਨੀ ਦੇਰ ਸ਼ਾਂਤ ਰਹਿੰਦੇ ਸੀਗੇ। ਅੱਛਾ, ਹਾਲਾਂਕਿ ਉਹ ਟੈਂਪਰੇਰੀ ਹੈ, ਬਟ ਉਹ ਆਪਣੀ लो फ्रिक्वेंसी से थोड़ा जिहा उपर फ्रिक्वेंसी ते है, ही इज़ इनवॉल्वड इन दैट फ्रिक्वेंसी, है ना। इस तरह ही ਆਪਾਂ ਜਿਸ ਲਈ ਕੋਈ ਮਿਊਜ਼ਿਕ ਸੁਣਦੇ ਹਾਂ ਜਾਂ ਕੋਈ ਗੇਮ ਖੇਡਦੇ ਹਾਂ ਜਾਂ ਕਿਸੇ ਤਾਂ ਅਸੀਂ ਹਾਈ ਫ੍ਰੀਕੁਐਂਸੀ ਚਲੇ ਜਾਂਦੇ ਹਾਂ, ਜੀ, ਠੀਕ ਹੈ। ਇਹ ਟੈਂਪਰੇਰੀ ਹੈ, ਬਟ ਅਗਰ ਅਸੀਂ ਹਾਈ ਫ੍ਰੀਕੁਐਂਸੀ ਤੇ ਰਹਿਣਾ ਚਾਹੁੰਦੇ ਹਾਂ ਤੇ ਸਾਨੂੰ ਇਹ ਸਾਈਕੋਨੋਮਿਕ ਐਕਸਰਸਾਈਜ਼ਸ ਸਿੱਖਣੀਆਂ ਪੈਣੀਆਂ, ਹੈ ਨਾ। ਔਰ ਯੂ ਆਰ ਮੋਸਟ ਵੈਲਕਮ। ਸਾਡਾ ਜਲੰਧਰ 'ਚ ਡਿਵਾਈਨ ਵੈਲਨੈਸ ਸੈਂਟਰ ਦੇ ਨਾਂ ਤੇ ਜੀ ਸੈਂਟਰ ਹੈਗਾ, ਹੀਲਿੰਗ सेंटर, मॉडल टाउन च जी जी, गुरुद्वारा साहब के बैक साइड ही है। एंड यही एक्सरसाइज हम करते हैं जिसमें रास है, रास रंग नाद, है ना। तो बेसिकली कलर का बहुत ज़्यादा इम्पोर्टेंस है इसमें, तो उसके लिए हमारे पास ये कलर्स की स्टीरियोग्राफी की इमेजेस हैं जी जी। ये येलो कलर है, ये ऑरेंज है जी, येलो है, ठीक है। एंड देन स्काई ब्लू जी, रेड, है ना। एंड देन इंडिगो, है ना, गहरा नीला, नेवी ब्लू, है ना जी। एंड देन वायलेट, बैंगनी रंग, एंड देन ग्रीन कलर, राइट। तो मतलब कहता है कि ये 7 कलर का जिहड़ा हैगा
ਸਟੀਰੀਓਗ੍ਰਾਫਿਕ ਇਮੇजेस, ਇਹ ਰਿਲੇਟਡ ਹੈ ਸਾਡੇ 7 એનર્ਜੀ ਸੈਂਟਰਸ ਹੈਗੇ, ਠੀਕ ਹੈ, ਜਿਨ੍ਹਾਂ ਸੈਂਟਰ ਦੀ ਆਪਣੀ ਇੱਕ ਫ੍ਰੀਕੁਐਂਸੀ ਹੈਗੀ ਹੈ ਜੀ। ਉਹ ਫ੍ਰੀਕੁਐਂਸੀ ਬੇਸਿਕਲੀ ਡਿਸਟਰਬ ਹੋਣ ਕਰਕੇ ਸਾਡਾ ਜਿਹੜਾ ਤੱਤਵ ਹੈ ਨਾ ਉਹ ਡਿਸਟਰਬ ਹੋ ਜਾਂਦਾ ਹੈ। ਜਿੰਨੇ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਜੇ ਸਾਡਾ ਇੰਡੀਗੋ ਕਲਰ ਜੀ ਹੈ ਨਾ, ਇਹ ਬੇਸਿਕਲੀ ਰਿਪਰੈਜ਼ੈਂਟ ਕਰਦਾ ਸਾਡੇ ਬ੍ਰੇਨ ਸੈਲਸ ਨੂੰ, ਅੱਛਾ ਸੈਂਟਰਲ ਨਰਵਸ ਸਿਸਟਮ, ਜੀ ਠੀਕ ਹੈ, ਤੇ ਇਹ ਮਨ ਤੱਤਵ ਨੂੰ ਰਿਪਰੈਜ਼ੈਂਟ ਕਰਦਾ, ਜਿਸ ਲਈ ਇਹਨੂੰ ਆਪਾਂ ਦੇਖਦੇ ਹਾਂ ਸਟੀਰੀਓਗ੍ਰਾਫਿਕ ਇਮੇਜ ਨੂੰ ਫੋਕਸ ਕਰਕੇ ਕਨਸਨਟਰੇਟ ਕਰਦੇ ਹਾਂ, ਫਿਰ ਇਹਨੂੰ ਵਿਜ਼ੂਅਲਾਈਜ਼ ਕਰਦੇ ਹਾਂ, ਫਿਰ ਆਪਾਂ ਐਫਰਮੇਸ਼ਨ ਵੀ ਲੈਂਦੇ ਹਾਂ, ਤੇ ਸਾਡੇ ਬ੍ਰੇਨ ਸੈਲਸ ਜਿਹੜੇ ਹੈ ਨਾ ਉਹ ਹਾਈ ਫ੍ਰੀਕੁਐਂਸੀ, ਔਰ ਇਹਦੀ ਫ੍ਰੀਕੁਐਂਸੀ ਕਿੰਨੀ ਇੰਡੀਗੋ ਕਲਰ ਦੀ 695 ਟ੍ਰਿਲੀਅਨ ਹਰਟਜ਼, ਅੱਛਾ ਇੰਨੀ ਹਾਈ ਫ੍ਰੀਕੁਐਂਸੀ ਤੇ ਅਸੀਂ ਚਲੇ ਜਾਂਦੇ ਹਾਂ, ਠੀਕ ਹੈ। ਉਹ ਉਸ ਤੋਂ ਬਾਅਦ ਫਿਰ ਆਪਾਂ ਸਾਊਂਡ ਕਰਦੇ ਹਾਂ ਓਮ ਧਵਨੀ, तो वो अल्ट्रासाउंड मतलब ਇਹਦੇ ਤੇ ਅਸੀਂ ਕਨਸੈਂਟਰੇਟ ਕਰਨਾ, ਅਸੀਂ ਇਹਨੂੰ ਦੇਖਣਾ ਹੈ ਜੀ ਹਾਂ, ਤੇ ਓਮ ਦੀ ਜਿਹੜੀ ਧਵਨੀ ਹੈ ਉਹ ਅਸੀਂ ਓਮ ਬੋਲਣਾ ਹੈ ਤੇ ਉਹਦੇ ਨਾਲ ਜਿਹੜਾ ਇਹਦਾ ਅਸਰ ਉਹ ਸ਼ੁਰੂ ਹੋ ਜਾਏਗਾ। एक्चुअली ये पूरा प्रोसेस है 5 स्टेप ਇਹਨੂੰ ਆਪਾਂ ਕਹਿੰਦੇ ਹੀਲਿੰਗ। ਅੱਛਾ ਹਾਂਜੀ ਜੀ। ਤਾਂ ਇਹਦੇ ਚ ਨਾ ਕਲਰ ਇਜ਼ ਅ ਪਾਸਵਰਡ, ਠੀਕ ਹੈ। ਸਾਡਾ ਜਿੱਦਾਂ ਮਨ ਜਿਹੜਾ ਹੈ ਉਹ ਕੰਟਰੋਲ ਨਹੀਂ ਹੋ ਰਿਹਾ, ਮਨ ਨੂੰ ਕੰਟਰੋਲ ਕਰਨ ਵਾਸਤੇ ਇੰਡੀਗੋ ਕਲਰ ਹੈ। ਅੱਛਾ ਹਾਂ, ਇਹ ਪਾਸਵਰਡ ਹੈ। ਜਿਸ ਲਈ ਆਪਾਂ ਇਹਨੂੰ ਦੇਖਦੇ ਹਾਂ 3 to 5 ਮਿੰਟਸ, ਹੈ ਨਾ, ਇਹਦੇ ਚ ਸਟੀਰੀਓਗ੍ਰਾਫਿਕ ਇਮੇਜ ਹੈ, ਮਤਲਬ 3 ਡਾਇਮੈਂਸ਼ਨਲ ਪਿਕਚਰ ਹੈ। ਜਿਸ ਲਈ ਉਹਨੂੰ ਦੇਖਦੇ ਆਪਾਂ, ਸਾਡਾ ਫੋਕਸ ਬਣ ਜਾਂਦਾ, ਕਨਸਨਟ੍ਰੇਸ਼ਨ ਬਣ ਜਾਂਦੀ, ਇਕਾਗਰਤਾ ਜਿਹਨੂੰ ਕਹਿੰਦੇ ਆਪਾਂ। ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਵਿਜ਼ੂਅਲਾਈਜ਼ ਕਰਦੇ ਹਾਂ ਮੈਂਟਲ ਸਕਰੀਨ ਤੇ, ਠੀਕ ਹੈ। ਔਰ ਉਸ ਤੋਂ ਬਾਅਦ ਆਪਾਂ ਐਫਰਮੇਸ਼ਨ ਲੈਂਦੇ ਹਾਂ ਕਿ ਪ੍ਰਮਾਤਮਾ ਤੋਂ ਮੈਨੂੰ ਅਕਲ ਆ ਰਹੀ ਹੈ, ਮੈਨੂੰ 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 ਹੈ ਨਾ, ਗਹਿਰਾ ਨੀਲਾ ਰੰਗ ਜਿਹੜਾ ਹੈ, ਰੰਗ ਉਹ ਕਾਹਦਾ ਹੈ, ਗਿਆਨ ਦਾ ਰੰਗ, ਗਿਆਨ ਦਾ, ਹੈ ਨਾ। ਤੇ ਇੱਦਾਂ ਕਰਕੇ ਐਂਡ ਦੈਨ ਫਿਰ ਆਪਾਂ ਮੁਦਰਾ ਬਣਾਉਂਦੇ ਹਾਂ, ਇੱਦਾਂ ਇਹਦੇ ਵਿੱਚ ਇਹ ਮੁਦਰਾ ਬਣਦੀ ਹੈ ਨਾ, ਪ੍ਰਾਣ ਮੁਦਰਾ, ਠੀਕ ਹੈ। ਉਸ ਤੋਂ ਬਾਅਦ ਓਮ ਨਹੀਂ, ਉਹ ਧਵਨੀ ਕਰਦੇ ਆਪਾਂ। ਅੱਛਾ, ਤਾਂ ਉਹ ਸਾਊਂਡ ਜਿਹੜੀ ਹੈਗੀ ਹੈ ਉਹ ਸਾਡੇ ਅੰਦਰ ਮਤਲਬ ਸੈਂਟਰਲ ਨਰਵਸ ਸਿਸਟਮ ਨੂੰ ਠੀਕ ਕਰਨ ਵਾਸਤੇ। तो ये बेसिकली क्या है, कलर फ्रीक्वेंसी, ठीक है, साउंड फ्रीक्वेंसी, ठीक है, फिर चैनलाइजेशन ऑफ द एनर्जी। मतलब टोटल ये है कि ਆਪਾਂ ਆਪਣੇ ਆਪ ਨੂੰ ਫੋਕਸ, ਕਨਸੈਂਟਰੇਸ਼ਨ, ਦੈਨ ਵਿਜ਼ੂਅਲਾਈਜੇਸ਼ਨ ਦੇ ਰਾਹੀਂ ਆਪਣੇ ਉਹ ਪਰਮਾਤਮਾ ਤੋਂ ਊਰਜਾ ਨੂੰ ਆਪਣੇ ਬ੍ਰੇਨ और सेंट्रल नर्वस सिस्टम पे लेके आ रहे हैं और अपने आप हीलिंग शुरू हो जाती है इसमें। अच्छा, ठीक है, इट इज़ सो ईजी, मतलब एक जादू की तरह है। बट ये जादू अपने आप करना पैंदा है ना। मैं करूँगा तो मेरे को फर्क पड़ेगा, आप करेंगे तो आपको फर्क पड़ेगा। बिकॉज एक थोड़ी जी मैं इत्थे गल कर रहा, थोड़ी गल सुन निकली साडे ना एक चीज़ होर भी हैगी है। मैं एक चीज़ दसी कि साडी विक्टिम जिहड़ी बिलीफ सिस्टम साडा बनाता कि मैं बहुत कमज़ोर है, बाकी सारी चीज़ां है ना, रिस्पॉन्सिबल नहीं है मैं अपनी बीमारी वास्ते, वो सानू चेंज करना पेगा। मेरी सोच मेरी रिस्पॉन्सिबिलिटी है। उन्होंने WHO ने किया भी है कि डिसीज़ आ साइकोसोमैटिक, कि पहले बीमारी मन ते आती है, फिर साढ़े शरीर ते आती, ठीक है। दैन सानू उस चीज़ चेंज करना पेगा। दूजा जिहड़ा तुसीं सानू कहा कि बई मैं अपने आप नू हीलिंग कर सकदा, यस, सानू बिलीव करना पेगा, है ना, इट इज़ पॉसिबल। ਹੁਣ ਜਿੱਦਾਂ ਆਪਾਂ ਇਹਨੂੰ ਦੇਖਦੇ ਹਾਂ ਵਾਇਲਟ ਕਲਰ ਨੂੰ ਜੀ, ਵਾਇਲਟ ਕਲਰ ਦੀ ਫ੍ਰੀਕੁਐਂਸੀ ਉਸ ਤੋਂ भी हाई है, 733 ट्रिलियन हर्ट्ज, ठीक है जी। अब इस फ्रीक्वेंसी को जब मैं देखता हूँ तो मेरा जड़ा हार्मोनल सिस्टम है वो एक्टिवेट हो जाता है, ठीक है। अब मैं देखो हार्मोन्स को एक्टिवेट करने के लिए बहुत कुछ करता हूँ जी जी, कोई पिक्चर देख रहा हूँ, कोई कुछ कर रहा हूँ, कहते हैं ना प्रॉब्ली 4 हार्मोन्स तो बड़े कॉमनली गल करते हैं, वैसे तो मोर देन 100 है रिस्पॉन्सिबल, ठीक है। लेकिन डोपामिन, ऑक्सीटोसिन, है ना, एंडोर्फिन, मेलाटोनिन, चारकनिन, ये टेम्परेरी नहीं चाहिए, सानू परमानेंट चाहिए और अपने काम करना, ठीक है। तो जब हम इसको देखते हैं तो वो ठीक हो जाते हैं, ठीक है। अगेन ये 5 स्टेप हैगा, लेकिन करना मुझे पड़ेगा। जादू है, लेकिन ये जादू आपको खुद करना पड़ेगा, मैं नहीं करूँगा, क्योंकि सैकेंड जी है ना साडा बिलीफ सिस्टम वो है रिद्धि सिद्धि। अच्छा, मतलब कोई मैनू आशीर्वाद दे दे, कोई मैनू कुछ कह दे तो मैं ठीक हो जावां, परमात्मा ने विधि सिद्धि। यू फॉलो द प्रोसैस, तुसी अपने आप करो तो सिद्धि मिलती। तो बहुत ही आसान है, इनू फोकस करना है, कंसनट्रेट करना है, ठीक है। एंड एक कलर जड़ा है पासवर्ड है, ओपन हो गया, फिर विजुअलाइजेशन, फिर ये आपां ये मुद्रा बनाने, 11 मुद्रा बनाने, फिर ये असी हमिंग साउंड करते हैं, मतलब जिदा जीभ नूं तालू ना गए जिदा। और ये हमिंग साउंड इज सो पावरफुल
ਕਿ ਇਹ ਸਾਡੇ ਆਕਸੀਜਨ ਲੈਵਲ ਨੂੰ ਵਧਾ ਦਿੰਦੀ ਹੈ ਅੱਛਾ ਜੀ। ਮਤਲਬ ਇਹ ਬੜੀ ਪਾਵਰਫੁਲ ਜਿਹੜੀ ਹੈ ਐਕਸਰਸਾਈਜ਼ ਹੈ, ਤੇ ਜੇ ਅਸੀਂ ਕਰਦੇ ਹਾਂ ਤੇ ਅਸੀਂ ਆਪਣੀ ਇਮੋਸ਼ਨਲ ਹੈਲਥ ਨੂੰ ਬਹੁਤ ਸਟਰੋਂਗ ਕਰ ਸਕਦੇ ਹਾਂ, ਬੜੀ ਬਿਮਾਰੀਆਂ ਤੋਂ ਅਸੀਂ ਦੂਰ ਰਹਿ ਸਕਦੇ ਹਾਂ। ਤੇ ਇਸ ਤੋਂ ਇਲਾਵਾ ਹੋਰ ਕਾਰਡਸ ਵੀ ਨੇ। ਹਾਂਜੀ, ਤੇ ਜਿੱਦਾਂ ਦੇਖੀਏ ਆਪਾਂ ਸਟ੍ਰੈਸ ਦੀ ਗੱਲ ਕਰਦੇ ਹਾਂ ਹੈ ਨਾ, ਮੈਂ ਅੱਜ ਸਟ੍ਰੈਸ ਦੀ ਜ਼ਿਆਦਾ ਕਰਾਂਗਾ ਜੀ ਜੀ। ਸਟ੍ਰੈਸ ਵਾਸਤੇ ਨਾ ਸਾਡਾ ਸਕਾਈ ਬਲੂ ਇਹ ਇੱਕ ਜਿਹੜਾ ਕਲਰ ਹੈ, ਇਹ ਪਾਸਵਰਡ ਹੈਗਾ ਟੂ ਪੀਸ। ਦੇਖੋ ਜਿਸਲੇ ਸਾਡੀ ਪੀਸ ਜਿਹੜੀ ਹੈ ਡਿਸਟਰਬ ਹੁੰਦੀ ਹੈ ਨਾ, ਤਾਂ ਸਾਡਾ ਆਕਾਸ਼ ਤੱਤਵ ਡਿਸਟਰਬ ਹੋ ਜਾਂਦਾ। ਅੱਛਾ ਠੀਕ ਹੈ, ਹੁਣ ਆਕਾਸ਼ ਤੱਤਵ ਸਾਡੇ ਇਹਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਇਹਦੇ ਨਾਲ ਸਾਡਾ ਅਟੈਚ ਹੈਗਾ ENT, ਏਅਰ ਨੋਜ਼ ਥਰੋਟ। ਠੀਕ ਹੈ, ਔਰ ਇੱਥੋਂ ਸਾਡਾ ਜਿਸਲੇ ਦੇਖੋ ਮੈਂ ਇੱਕ ਐਗਜ਼ਾਮਪਲ ਸਿੰਪਲ ਗੱਲ ਕਰਦਾ, ਜਿਹੜਾ ਬੰਦਾ ਉਦਾਸ ਹੁੰਦਾ, ਪਰੇਸ਼ਾਨ ਹੁੰਦਾ, ਉਹ ਕੀ ਕਹਿੰਦਾ, ਕਹਿੰਦਾ ਮੈਨੂੰ ਬੁਲਾਓ ਨਾ, ਹੈ ਨਾ, ਕੱਲਾ ਛੱਡ ਦੋ, ਕੱਲਾ ਛੱਡ ਦਿਓ। ਉਹਦਾ ਮਤਲਬ ਕੀ ਪਤਾ ਕਹਿਣ ਦਾ, ਉਹ ਕਹਿੰਦਾ ਮੇਰਾ ਆਕਾਸ਼ ਤੱਤਵ ਖਰਾਬ ਹੈ, ਮੇਰੇ ਆਕਾਸ਼ ਤੱਤਵ ਚੁਣਾਓ, ਮੇਰੇ ਸਪੇਸ ਚੁਣਾਓ ਤੁਸੀਂ। ਠੀਕ ਹੈ, ਪਹਿਲੀ ਗੱਲ। ਦੂਜਾ ਕਹਿੰਦਾ ਮੈਨੂੰ ਬੁਲਾਓ ਨਾ, ਮਤਲਬ ਮੈਂ ਬੋਲ ਨਹੀਂ ਸਕਦਾ, ਮੇਰਾ ਜਿਹੜਾ ਵੋਕਲ ਕਾਰਡ ਹੈ ਨਾ ਉਹਦੀ ਤਾਰ ਹਟ ਗਈ ਹੈ ਨਾ, ਤਾਂ ਮੈਂ ਬੋਲਿਆ ਨਹੀਂ ਜਾ ਰਿਹਾ। ਅੱਛਾ, ਮੈਂ ਸੁਣਨਾ ਵੀ ਕੁਝ ਨਹੀਂ ਚਾਹੁੰਦਾ ਕਿ ਮੇਰੇ ਜਿਹੜੇ ਰਿਸੀਵਰ ਹੈ ਨਾ ਉਹਨਾਂ ਦੀ ਵੀ ਤਾਰ ਹਟੀ ਹੋਈ ਹੈ। ਤੁਸੀਂ ਕੁਝ ਕਹੋਗੇ ਖਟਖਟ ਨਜ਼ਰ ਆਏਗੀ, ਮੈਨੂੰ ਸੁਣਾਈ ਦੇਗਾ, ਮੈਨੂੰ ਸੁਣਾਈ ਪ੍ਰੋਪਰਲੀ ਦੇ ਨਹੀਂ ਰਿਹਾ। ਜਿਸਲੇ ਤੱਕ ਉਹਦਾ ਆਕਾਸ਼ ਤੱਤਵ ਠੀਕ ਨਹੀਂ ਹੋਇਆ, ਠੀਕ ਹੈ, ਉਹ ਸਪੇਸ ਬਣਾਏਗਾ, ਉਹ ਸੁਨੇਗਾ ਨਹੀਂ, ਬੋਲੇਗਾ ਨਹੀਂ, ਰਾਈਟ। ਜਿਸਲੇ ਅਸੀਂ ਸਕਾਈ ਬਲੂ ਕਲਰ ਨੂੰ ਦੇਖਦੇ ਹਾਂ, ਅਗੇਨ ਪ੍ਰੋਸੈਸ 5 ਸਟੈਪ ਹੈਗੇ ਆ, ਇਹਨੂੰ ਦੇਖਣਾ ਹੈ, ਫਿਰ ਇਹਨੂੰ ਮਤਲਬ ਫੋਕਸ ਕਰਕੇ ਕੰਸਨਟ੍ਰੇਸ਼ਨ, ਫਿਰ ਵਿਜ਼ੂਲਾਈਜ਼ ਕਰਨਾ ਇਹਨੂੰ ਮੈਂਟਲ ਸਕਰੀਨ ਤੇ ਮਤਲਬ। ਠੀਕ ਹੈ, ਉਸ ਤੋਂ ਬਾਅਦ ਫਿਰ ਆਪਾਂ ਇਹਦੇ 'ਚ ਵਾਯੂ ਮੁਦਰਾ ਬਣਨੇ ਹੈ ਨਾ, ਯੂਨੀਵਰਸਲ। ठीक है, और उस तो बाद असी मतलब लंबे लंबे सांस लेने राइट। तो ये जो हमारी एक प्रोसेस है जिसमें हमारा पीसफुल और विद इन 5 to 6 मिनट्स तो ये फर्क नज़र आना शुरू हो जाता। अच्छा, इन्नी जल्दी रिजल्ट है बिल्कुल। एंड बट रिकमेंड ये करते हैं कि जो बीमार है कम से कम भी 15-20 मिनट करने, 2 दिन 2 या 3 बारी, बट प्रोसेस नाल, ये विधि नाल। ठीक है, हुण होंदा की है, जे मान लीजिए आप इदा ही करते हैं तो टैंपरेरी रिलीफ मिलेगा जी जी। ठीक है, लेकिन परमानेंट अगर चाहिए तो फिर सानू पासवर्ड तो लाना पेगा। कलर इज़ द पासवर्ड एंड ये विधि हैगी है। ठीक है, असी मतलब साढ़े कोल जिद्दां एंगजाइटी डिप्रैशन ये बंदे आते हैं, वो सानू पूछते हैं कि सब मैं ना अच्छा बीमार है लेकिन टाइम किसी को नहीं है। मैं डॉक्टर मैनू ना इदा दसो कि 5-6 मिनट करूँ मैं। ठीक है, मैं उनको कहता हूँ ये कर लो, ये करते हैं तो कहते हैं सर जिसलिए मैं करता था तो बड़ा फ़ायदा रहता, इसका असर रहेगा 2-3 घंटे। पर जो परमानेंट जानते हो तो फिर प्रोसेस हैगा प्रॉपर। ठीक है, जो पहले ये करना पेगा, फिर ये करना पेगा, फिर ये करना पेगा। मतलब पूरे प्रोसेस नाल जे असीं करांगे तां ही सानू परमानेंट फर्क जिहड़ा पै सकदा है। बिल्कुल, बड़ा ही वधिया ये विषय है, बड़ी वधिया तरीके नाल महेश डोगरा जी तुसीं सानू समझाया, स्टूडियो दे विच तुसीं आए, इन्ने अहम विषय ते तुसीं जानकारी दित्ती, तुहाडा बहुत बहुत शुक्रिया। थैंक यू।